अस्सलाम वालेकुम दोस्तों। लो जी दोस्तों, अज असी मौजूद आ जी अरसल फार्म साहीवाल तो चौरीवाह साहब के कोल मौजूद हाँ। तो इन्होंने 2025 का जोड़ा मॉडल आ MF 385 वो इन्होंने खरीदिया वा। तो पहले सब तो पहले तो यही इन्होंने मुबारकबाद दिंने कि नवा ट्रैक्टर लिया वा। तो बाकी फिर ये जड़ियाँ तब्दीलियाँ ने और ये मजीद की बेहतरियाँ होनी चाहिए ने वो भी चौधरी साहब नाल असीं गलबात करांगे। और जोड़ा कोई जिमीदारां दे सवाल आ वो भी चौधरी साहब नाल असीं करांगे, क्योंकि कई जिमीदार सवाल कर रहे ने कीता की आ। तो जेडे बंदे समझदार आ वो सही भी जोड़ा वा रिस्पॉन्स दे रहे भी चलो कुछ ना कुछ तो बेहतर होया ना जी। जिस तरह आयल फिलर हो गया, दूसरा आ बहुत वधिया चीज़ हो गई आ दिखाओ इधर ढक्कन आ। बाकी जो भी ये हकीकत आ दोस्तों नाल असीं शेयर करांगे और चौधरी साहब नाल असीं गलबात करांगे। वालेकुम सलाम जी। चौधरी साहब की हाल ठीक ठाक हो? अल्लाह का शुक्र जी। ਪਹਿਲਾਂ ਜੋ देखो जी फ्रंट टायर ਜਿਹੜੇ ਹੈਗੇ ਨਾ ਜੀ ਇਹ ਉੱਪਰੋਂ ਦੇਖੋ ਤੁਸੀਂ ਬਾਹਰ ਨੂੰ ਥੱਲਿਓਂ ਹੀ ਅੰਦਰ ਨੂੰ ਹੁੰਦੇ ਥੋੜੇ ਟਾਇਰ। ਹਾਂਜੀ ਹਾਂਜੀ ਇਵੇਂ ਹੀ ਆ ਇਹ ਕਟਾਈ ਦਾ ਇਹਨਾਂ ਦਾ ਹੁੰਦਾ ਵਾ ਕਿਉਂਕਿ ਗੱਡੀਆਂ ਦੇ ਅੰਦਰ ਜਿਹੜਾ ਹੁੰਦਾ ਨਾ ਜੀ ਉਹ ਉਹਦੇ ਵਿੱਚ ਹੁੰਦਾ ਵਾ ਥੱਲੇ ਲੱਗਾ ਹੋਇਆ ਉਹਦਾ ਤੇ ਉਹ ਕੀ ਉਹਨੂੰ ਕਹਿੰਦੇ ਆ। ਲੇਕਿਨ ਇਹਦੇ ਵਿੱਚ ਜਿਹੜਾ ਹੁੰਦਾ ਨਾ ਇਹ ਕਟਾਈ ਹੀ ਇਹਨਾਂ ਨੇ ਇਸ ਹਿਸਾਬ ਨਾਲ ਕੀਤੀ ਹੈ ਤਾਂ ਕਿ ਖੇਤ ਦੇ ਅੰਦਰ ਜਿਹੜਾ ਵਾ ਇਹ ਕਟਾਈ ਸੌਖੀ ਕਰੇਗਾ। ਠੀਕ ਹੈ ਜੀ। ਔਰ ਇਹਨੂੰ ਤੁਸੀਂ ਟਰੈਕਟਰ ਨੂੰ ਤੁਸੀਂ ਚਲਾਉਂਦੇ ਹੋਏ ਤੁਸੀਂ ਇਹਦੇ ਸਟੀਅਰਿੰਗ ਤੋਂ ਹੱਥ ਚੱਕੋਗੇ ਨਾ ਇਹਨੇ ਆਟੋਮੈਟਿਕ ਸਟੀਅਰਿੰਗ ਫਿਰ ਸਿੱਧਾ ਕਰਦਾ ਟਰੈਕਟਰ। ਜਿਵੇਂ ਗੱਡੀਆਂ ਸਿੱਧਾ ਜਿੱਦਾਂ ਗੱਡੀ ਦਾ ਸਿੱਧਾ ਹੁੰਦਾ ਇਹਨੂੰ ਤੁਸੀਂ ਵੀ ਪੂਰੀ ਵੀ ਕਟਾਈ ਕਰਕੇ ਇਹਨੂੰ ਮੁਕੜੋਗੇ ਨਾ ਤੁਸੀਂ ਸਟੀਅਰਿੰਗ ਤੋਂ ਹੱਥ ਚੱਕੋਗੇ ਇਹ ਉਸ ਟਾਈਮ ਸਟੀਅਰਿੰਗ ਸਿੱਧਾ ਕਰਦਾ। ਇਹਦੇ ਵਿੱਚ ਕੋਈ ਐਸੀ ਚੀਜ਼ ਤਾਂ ਨਹੀਂ ਹੈ ਨਾ ਸਿਰਫ ਇਹ ਟਾਇਰਾਂ ਦੇ ਸਿਰ ਦੇ ਹੋਵੇ, ਯਾਨੀ ਕਿ ਟਾਇਰਾਂ ਦਾ ਡਿਜ਼ਾਈਨ ਹੀ ਇਸ ਤਰ੍ਹਾਂ ਵਾ ਕਿ ਜਦੋਂ ਵੀ ਤੁਸੀਂ ਸਟੀਅਰਿੰਗ ਤੋਂ ਹੱਥ ਛੱਡੋਗੇ ਟਰੈਕਟਰ ਤੁਹਾਡਾ ਦੁਬਾਰਾ ਫਿਰ ਸਿੱਧਾ ਹੋ ਜਾਏਗਾ। ਵੈਰੀ ਗੁੱਡ। ਇਹ ਉਹਨਾਂ ਦਾ ਡਿਜ਼ਾਈਨ ਹੈ। ਚੌਧਰੀ ਸਾਹਿਬ ਇਹਦੇ ਇਸ ਟਰੈਕਟਰ ਤੋਂ ਇਲਾਵਾ ਹੋਰ ਕਿਹੜੇ ਟਰੈਕਟਰ ਨੇ ਜਿਹੜੇ ਇਸੇ ਤਰ੍ਹਾਂ ਕਰਦੇ ਟਾਇਰ ਸਿੱਧੇ? ਇਹ ਮੈਸੀ ਦਾ ਇਹ ਡਿਜ਼ਾਈਨ ਹੈ ਜੀ। ਮੈਸੀ ਸਿਰਫ 85 ਕਰਦਾ ਵਾ? 85 ਇਸ ਤਰ੍ਹਾਂ ਕਰਦਾ ਹੈਗਾ। ਨਹੀਂ 260 ਦੇ ਵੀ ਥੋੜਾ 260 ਵੀ ਕਰਦਾ ਵਾ 240 ਵੀ ਕਰਦਾ ਵਾ। ਮਤਲਬ ਸਾਰੇ ਕਰਦੇ ਆ ਉਹਨਾਂ ਦੇ ਆਪਦੇ ਹਿਸਾਬ ਦੇ ਨਾਲ ਹੀ ਇਹਨਾਂ ਦਾ ਡਿਜ਼ਾਈਨ। ਯਾਨੀ ਕਿ ਇਹ ਸਾਰਾ ਜਿਹੜਾ ਕੰਟਰੋਲ ਅਗਲੇ ਟਾਇਰਾਂ ਦਾ ਹੀ ਆ। ਹਾਂਜੀ ਅਗਲੇ ਟਾਇਰਾਂ ਦਾ। ਦੇਖੋ ਤੁਸੀਂ ਇੱਕ ਕਟਾਈ ਕਰ ਰਹੇ ਆ, ਤੁਸੀਂ ਰੋਡ ਦੇ ਉੱਪਰ ਜਾ ਰਹੇ ਆ, ਤੁਸੀਂ ਮੋੜ ਕੇ ਹੱਥ ਚੱਕੋ ਜਿਸ ਤਰ੍ਹਾਂ ਗੱਡੀ ਤੋਂ ਚੱਕੀ ਦਾ ਤੁਹਾਡਾ ਇੱਕ ਦਫਾ ਟਰੈਕਟਰ ਗੱਡੀ ਤੋਂ ਇੱਕ ਦਫਾ ਟਾਇਰ ਤੁਹਾਡੇ ਸਿੱਧੇ ਹੋ ਜਾਣਗੇ। ਇਹਦਾ ਡਿਜ਼ਾਈਨ ਹੀ ਇਸ ਤਰ੍ਹਾਂ ਕੀਤਾ ਵਾ ਕਿ ਦੁਬਾਰਾ ਆਪਣੀ ਉਹ ਪੋਜੀਸ਼ਨ ਤੇ ਆ ਜਾਓ ਦੁਬਾਰਾ। ਮਤਲਬ ਇਹਨੂੰ ਅਗਰ ਅਸੀਂ ਸਿੱਧਿਆਂ ਕਰ ਦਈਏ ਤੇ ਫਿਰ ਉਸੇ ਤਰ੍ਹਾਂ ਨਹੀਂ ਇਹ ਨਹੀਂ ਹੋਏਗਾ। ਇਹ ਕਟਾਈ ਵੀ ਨਹੀਂ ਕਰੇਗਾ ਸਹੀ ਔਰ ਮੋੜ ਤੇ ਜਾ ਕੇ ਤੁਸੀਂ ਹੱਥ ਚੱਕੋਗੇ ਨਹੀਂ ਇਹਨੇ ਉਹਨੂੰ ਹੀ ਜਾਣਾ ਵਾ, ਇਹ ਸਿੱਧਾ ਨਹੀਂ ਹੋਏਗਾ ਉੱਥੇ। ਠੀਕ ਹੋ ਗਿਆ। ਹਾਂਜੀ ਦੇਖੋ ਤੁਸੀਂ ਖੇਤ ਦੇ ਅੰਦਰ ਜਦੋਂ ਤੁਸੀਂ ਆਪਾਂ ਇਹਨੂੰ ਬੈਠੀ ਦਾ ਆਪਾਂ ਸਟੀਅਰਿੰਗ ਨੂੰ ਵੀਲ ਨੂੰ ਇਹਦਾ ਘੁਮਾ ਦੀ ਦਾ ਪਿੱਛੇ ਹਾਲ ਹੁੰਦੇ ਆ, ਪਿੱਛੇ ਲੋਡ ਹੁੰਦਾ ਨਾ ਉਹ ਦੇਖੋ ਉਸੇ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ। ਜੀ ਗੱਲ ਹੈ। ਅਗਰ ਇਹ ਨਾ ਹੋਏਗਾ ਸਿੱਧਾ ਹੋਏਗਾ ਤੇ ਇਹ ਉਹ ਸਿੱਧਾ ਨਹੀਂ ਘੁੰਮੇਗਾ, ਇਹ ਕਿਸੇ ਸਾਈਡ ਨੂੰ ਨਿਕਲ ਜਾਏਗਾ। ਠੀਕ ਹੋ ਗਿਆ। ਬਾਕੀ ਇਹ ਵੀ ਜਿਹੜਾ ਇਹਦੇ ਵਿੱਚ ਹੈ ਇਹਦੇ ਵਿੱਚ ਕਾਫੀ ਚੇਂਜਿੰਗ ਦੀ ਜ਼ਰੂਰਤ ਹੈਗੀ ਆ ਜੀ ਕਿ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇਹਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਨਹੀਂ ਹੈਗੀ। ਸਾਡੇ ਖਿਆਲ ਦੇ ਵਿੱਚ ਇੱਕ ਅਸੀਂ ਆਪਦੀ ਰਾਏ ਦੇ ਹਿਸਾਬ ਨਾਲ ਦੱਸਦੇ ਹਾਂ ਦੋਸਤਾਂ ਨੂੰ, ਤੇ ਦੋਸਤਾਂ ਦਾ ਤਾਂ ਪਤਾ ਨਹੀਂ ਵੀ ਹਰ ਬੰਦੇ ਦੀ ਮੁਖਤਲਿਫ ਰਾਏ ਹੁੰਦੀ ਹੈ ਜੀ। ਮੈਂ ਤਾਂ ਹਲੇ ਵੀ ਇਹਨੂੰ ਕਹਾਂਗਾ ਕਿ ਜੀ ਇਹਦਾ ਸਭ ਤੋਂ ਪਹਿਲਾਂ ਤਾਂ ਇਸ਼ੂ ਹੈਗਾ ਜੀ ਸਾਨੂੰ ਇਹਦਾ ਗੇਅਰ ਬਕਸ ਦਾ ਜੀ। ਦੇਖੋ ਇਹਦੇ ਵਿੱਚ ਸਾਨੂੰ ਹਾਈ ਲੋ ਮੀਡੀਅਮ 3 ਗੇਅਰਾਂ ਦੀ ਜ਼ਰੂਰਤ ਪੈਂਦੀ ਹੈ ਸਾਨੂੰ। ਦੇਖੋ ਅਗਰ ਇਹਦੇ ਵਿੱਚ 3 ਚੀਜ਼ਾਂ ਦੀ ਇਹਦੀ ਜ਼ਰੂਰਤ ਪੈਗੀ ਹਾਈ ਲੋ ਮੀਡੀਅਮ ਦੀ, ਕਿ ਮੀਡੀਅਮ ਦੇ ਗੇਅਰ ਜਿਹੜੇ ਹੈਗੇ ਉਹਦੀ ਸਪੀਡ ਅਸੀਂ ਵਧਾ ਵੀ ਸਕੀਏ ਘਟਾ ਵੀ ਸਕੀਏ, ਇਸੇ ਤਰ੍ਹਾਂ ਹਾਈ ਦੇ ਗੇਅਰ। ਕਿਉਂਕਿ ਅਸੀਂ ਜਦੋਂ ਚਾਪਰ ਮਸ਼ੀਨ ਚਲਾਉਂਦੇ ਆ ਜਾਂ ਅਸੀਂ ਆਪਣਾ ਜ਼ੀਰੋ ਡਰਿਲ ਕਰਦੇ ਆ ਜਾਂ ਕੋਈ ਵੀ ਚੀਜ਼ ਆਪਾਂ ਚਲਾਉਂਦੇ ਆ ਕਿ ਉੱਥੇ ਜ਼ਰੂਰਤ ਪੈਂਦੀ ਹੈ। ਫਿਰ ਚੌਥੇ ਲੋਹ ਜਾਂ ਤੀਸਰੇ ਲੋਹ ਦੇ ਵਿੱਚ ਅਗਰ ਇਹਨੂੰ ਟਰੈਕਟਰ ਨੂੰ ਬੈਕ ਟਰਾਲਾ ਧੱਕਣਾ ਪੈ ਜਾਵੇ ਇਹਦੀ ਸਪੀਡ ਹੀ ਇੰਨੀ ਸਲੋ ਵਾ ਕਿ ਪਿੱਛੇ ਨੂੰ ਟਰਾਲਾ ਤਾਂ ਲਈ ਜਾਂਦਾ ਹੀ ਨਹੀਂ। ਇਹ ਸਾਨੂੰ ਸਭ ਤੋਂ ਮੇਨ ਚੀਜ਼ ਤਾਂ ਸਾਨੂੰ ਇਹ ਚਾਹੀਦੀ ਹੈ ਕਿ ਇਹਦੇ ਵਿੱਚ ਹਾਈ ਲੋ ਮੀਡੀਅਮ ਦੇ ਗੇਅਰ ਹੋਣੇ ਚਾਹੀਦੇ ਆ ਲਾਜ਼ਮੀ ਹਰ ਹਾਲ ਦੇ ਵਿੱਚ। ਦੂਸਰੇ ਨੰਬਰ ਦੇ ਉੱਤੇ ਸਾਨੂੰ ਇਹਦੀ PTO ਸ਼ਾਫਟ ਜਿਹੜੀ ਹੈ ਉਹਦੇ ਸਾਨੂੰ ਚੱਕਰ ਚਾਹੀਦੇ ਆ 540। ਅਗਰ 1000 ਨਹੀਂ ਕਰ ਸਕਦੇ ਤਾਂ 740 ਤੇ ਆ ਜਾਣ ਨਾਲ, ਯਾਨੀ ਕਿ ਸਾਨੂੰ ਚੱਕਰ ਵੀ ਇਹਦੇ ਜਿਹੜੇ PTO ਦੇ ਆ ਉਹ ਸਾਨੂੰ ਜ਼ਿਆਦਾ ਜ਼ਰੂਰਤ ਹੈਗੀ ਉਹਦੀ। ਦੋ ਚੀਜ਼ਾਂ ਮੇਨ ਇਹ ਹੋ ਗਈਆਂ। ਤੀਸਰੀ ਚੀਜ਼ ਜਿਹੜੀ ਇਹਦੀ ਹੈ ਜੀ ਟਰੈਕਟਰ ਦੇ ਅੰਦਰ ਆਪਾਂ ਦੇਖੀਏ ਇਹਦੇ ਗੇਅਰ ਬਕਸ ਵੀ ਹੋ ਗਿਆ। ਗੇਅਰ ਬਕਸ ਨੂੰ ਇਹ ਕੋਸ਼ਿਸ਼ ਤੇ ਕਰਨ ਸਾਈਡ ਸ਼ਿਫਟਰ ਚਲੋ ਸਾਨੂੰ ਦੇ ਦੇਣ, ਕੋਈ ਐਡੀ ਔਖੀ ਕੰਮ ਤਾਂ ਨਹੀਂ ਹੈ ਇਹ ਕੰਪਨੀ ਵਾਸਤੇ ਕਿ ਸਾਈਡ ਸ਼ਿਫਟਰ ਵੀ ਇਹਨੂੰ ਕਰ ਸਕਦੇ ਹੈਗੇ ਆ। PTO ਹੋ ਗਈ। ਫਿਰ ਸਾਨੂੰ ਇਹਨੂੰ ਟਰਾਂਸਪੋਰਟ ਲਾਕ ਦੇ ਦੇਣ। ਕੀ ਹੈ ਇੱਕ ਟਿੱਕੀ ਉਤਾਰਨੀ ਇਹਨਾਂ ਨੇ ਨਾ ਜੀ, ਇਹ ਟਿੱਕੀ ਉਤਾਰ ਕੇ ਇਹਦੇ ਉੱਤੇ ਵਾਲ ਲਾ ਦੇਣ ਕਿ ਜਦੋਂ ਵਾਪਸੀ ਦਾ ਤੇਲ ਉੱਤੋਂ ਬੰਦ ਹੋ ਜਾਵੇ ਜਿੱਦਾਂ ਆਪਾਂ ਜੈਕ ਵਾਲੇ ਟਰਾਲੇ ਹੁੰਦੇ ਉਹ ਟਿੱਕੀ ਲਾ ਦੇਣ। ਕਿਉਂਕਿ ਇਹਦੇ ਹਾਈਡ੍ਰੋਲਿਕ ਪੰਪ ਹੁੰਦਾ ਇਹਦੇ ਅੰਦਰਲੀ ਸਾਈਡ ਤੇ। ਹਾਈਡ੍ਰੋਲਿਕ ਪੰਪ ਸਿਰਫ ਇੱਕ ਪਾਲੀ ਸਾਈਡ ਤੇ ਡਾਇਲ ਲੱਗਾ ਹੋਇਆ, ਇੱਕ ਇਹ ਥੱਲੇ ਡਾਇਲ ਲੱਗਾ ਵਾ। ਉਹ ਦੇਖੋ ਡਾਇਲ ਲੱਗੇ ਆ ਵਾਲਾ ਜਿਹੜਾ ਇਹ ਵਾਲਾ ਇਹ ਤੁਹਾਡੇ ਪੰਪ ਦੇ ਅੰਦਰ ਜਾ ਕੇ ਫਸਦਾ। ਹਾਈਡ੍ਰੋਲਿਕ ਪੰਪ ਦੇ ਅੰਦਰ ਇਹ ਦੋਨੇ ਡਾਇਲ ਫਸਦੇ ਆ ਕਿ ਜਿਸ ਟਾਈਮ ਅਸੀਂ ਕੋਈ ਵੀ ਔਜ਼ਾਰ ਨੂੰ ਚੁੱਕ ਕੇ ਅਸੀਂ ਰੋਡ ਦੇ ਉੱਪਰ ਲੈ ਕੇ ਜਾਂਦੇ ਨਾ ਸਾਡੇ ਹਾਈਡ੍ਰੋਲਿਕ ਨੂੰ ਅੰਦਰ ਝਟਕੇ ਲੱਗਦੇ ਆ। ਜਦੋਂ ਹਾਈਡ੍ਰੋਲਿਕ ਨੂੰ ਅੰਦਰ ਝਟਕੇ ਲੱਗਦੇ ਆ ਹਾਈਡ੍ਰੋਲਿਕ ਜਿਹੜਾ ਉਹ ਖਰਾਬ ਹੋ ਜਾਂਦਾ ਵਾ, ਜਿਹਦੀ ਵਜ੍ਹਾ ਤੋਂ ਸਾਨੂੰ ਫਿਰ ਬਾਰ-ਬਾਰ ਉਹਨੂੰ ਹਾਈਡ੍ਰੋਲਿਕ ਨੂੰ ਖਿਲਾਉਣਾ ਪੈਂਦਾ ਵਾ। ਅਗਰ ਉੱਤੇ ਟਰਾਂਸਪੋਰਟ ਲਾਕ ਲਾ ਦੇਣਗੇ ਤੇ ਅਸੀਂ ਕੋਈ ਵੀ ਚੀਜ਼ ਲੈ ਕੇ ਜਾ ਰਹੇ ਹੈਗੇ ਆ ਅਸੀਂ ਉਹਨੂੰ ਲਾਕ ਕਰਾਂਗੇ, ਲਾਕ ਕਰਕੇ ਅਸੀਂ ਰੋਡ ਤੇ ਜਾਵਾਂਗੇ ਤੇ ਥੱਲਿਓਂ ਕਨੈਕਸ਼ਨ ਕੱਟਿਆ ਗਿਆ ਉਹਦਾ, ਫਿਰ ਹਾਈਡ੍ਰੋਲਿਕ ਪੰਪ ਜਿਹੜਾ ਹੈਗਾ ਵਾ ਉਹਨੂੰ ਝਟਕੇ ਨਹੀਂ ਵੱਜਣਗੇ। ਇਸ ਚੀਜ਼ ਨੂੰ ਬਿਹਤਰ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਆਪਾਂ ਇਹ ਬਲੋ ਪਾਈਪ ਤੇ ਆ ਗਿਆ ਜੀ। ਇਹ ਬਲੋ ਪਾਈਪ ਹੈ ਜੀ। ਬਲੋ ਪਾਈਪ ਦਾ ਅਗਰ ਇਹ ਦੇਖੋ ਇਹ ਦੋ ਦਿੱਤੇ ਉਹਨਾਂ ਨੇ ਜੀ,
ਅਗਰ ਆਪਾਂ ਐਸ ਖਾਨੇ ਨੂੰ ਖੋਲ ਕੇ ਇਹਦੇ ਉੱਪਰ ਇੱਕ ਫਿਲਟਰ ਲਾ ਕੇ ਆਪਾਂ ਇੱਥੋਂ ਪਾਈਪ ਲਾਈਏ, ਤੇਲ ਜਿੰਨਾ ਵੀ ਆਇਲ ਹੋਏਗਾ ਉਹ ਇਹਦੇ ਅੰਦਰ ਜਾਏਗਾ, ਪਾਈਪ ਜਿਹੜਾ ਤੁਹਾਡਾ ਉਹ ਖੁਸ਼ਕ ਦਾ ਖੁਸ਼ਕ ਹੀ ਰਹੇਗਾ ਉੱਥੇ ਦੇ ਉੱਤੇ। ਹਾਂ ਠੀਕ ਹੋ ਗਿਆ ਜੀ। ਇਹ ਚੀਜ਼ ਹਾਂਜੀ ਇਹਦਾ ਹੋ ਗਿਆ ਜੀ। ਇਹੋ ਜਿਹੀਆਂ ਚੀਜ਼ਾਾਂ ਜਿਹੜੀਆਂ ਉਹ ਸਾਨੂੰ ਇਸ ਟਾਈਮ ਹੈ ਡੈਸ਼ਬੋਰਡ ਇਹਦਾ ਚੇਂਜ ਕਰ ਦੇਣ। ਇਹ ਸੀਟ ਜਿਹੜੀ ਹੈਗੀ ਹੈ ਇਹ ਥੋੜੀ ਦੇਰ ਚੱਲਣ ਤੋਂ ਬਾਅਦ ਵੈਸੇ ਹੀ ਇਹ ਪੱਥਰ ਹੋ ਜਾਂਦੀ ਹੈ। ਇਹ ਦੇਖੋ ਨਾ ਜੀ, ਹੁਣ ਤਾਂ ਇਹ ਥੋੜੀ ਜਿਹੀ ਲਚਕ ਹੈ ਇਹਦੇ ਵਿੱਚ। ਜਦੋਂ ਥੋੜਾ ਜਿਹਾ ਚੱਲਣਾ ਵਾ, ਸਪਰਿੰਗ ਪਿੱਛੋਂ ਲੂਜ਼ ਹੋਣੇ ਆ ਗਏ ਤੇ ਇਹਨੇ ਵੈਸੇ ਫਾਰਕ ਹੋ ਜਾਣਾ। ਸੀਟ ਨੂੰ ਇਹਦੀ ਨੂੰ ਬਿਹਤਰ ਕਰ ਦਿੱਤਾ ਜਾਵੇ। ਇਹ ਮੁਰਗਾੜ ਜਿਹੜੇ ਹੈ ਦੇਖੋ ਤੁਸੀਂ ਕਿ ਕਿੰਨਾ ਟਾਇਰ ਇਹਦਾ ਖਾਲੀ ਹੈ। 240 ਨੂੰ ਵੀ ਇਹੀ ਲਾਈ ਜਾ ਰਹੇ ਆ, 85 ਨੂੰ ਵੀ ਇਹੀ ਲਾਈ ਜਾ ਰਹੇ, 4 ਵੀਲ ਨੂੰ ਵੀ ਇਹੀ ਲਾਈ। ਇਹਨਾਂ ਨੂੰ ਥੋੜਾ ਜਿਹਾ ਇਜ਼ਾਫਾ ਕਰ ਦਿੱਤਾ ਜਾਵੇ ਕਿਉਂਕਿ ਟੈਸਟ ਦੀ ਜਿਹੜੀ ਖੂਬਸੂਰਤੀ ਜਿਹੜੀ ਹੈ ਉਹ ਹੋਰ ਵੱਧ ਜਾਏਗੀ। ਮੈਂ 240 260 ਨੂੰ ਆਇਆ ਹੀ ਮੜਗਾ ਸਾਰਾ ਕੁਝ ਇੱਕ ਹੀ ਆ ਰਿਹਾ ਜੀ। ਦੇਖੋ ਜੀ ਇਹ ਪਲੇਟ ਲਾਈ ਹੈ ਨਾ ਜੀ, ਆ ਪਲੇਟ, ਇਹ ਪਲੇਟ ਜਿਹੜੀ ਹੈ ਇੱਥੇ ਦੀ ਆ ਸਕਦੀ ਹੈ। ਅੱਛਾ ਠੀਕ ਹੈ ਜੀ। ਉਹਦੇ ਨਾਲ ਇੱਕ ਤਾਂ ਸੀਟ ਜਿਹੜੀ ਹੈਗੀ ਉਹਦੀ ਐਡਜਸਟ ਵੱਧ ਜਾਏਗੀ, ਜਿੰਨੀ ਮਰਜ਼ੀ ਤੁਸੀਂ ਪਿੱਛੇ ਲੈ ਜਾਓ, ਜਿੰਨੀ ਮਰਜ਼ੀ ਅੱਗੇ ਲੈ ਜਾਓ। ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਕਰ ਦੇਣ, ਇਹਨੂੰ ਬਿਹਤਰ ਕਰ ਸਕਦੇ ਹੈਗੇ ਆ। ਫਿਰ ਆ ਡੈਸ਼ਬੋਰਡ ਹੈਗਾ ਵਾ, ਇਹਨੂੰ ਡਿਜੀਟਲ ਕਰ ਦੇਣ। ਅੱਛਾ ਜੀ। ਤੇ ਹੱਲੇ ਵੀ ਗੋਰਾ ਦੇਖੋ ਚਲਾ ਰਿਹਾ, ਉਹ ਸਾਰਾ ਡਿਜੀਟਲ ਚੱਲ ਰਿਹਾ। ਤੁਹਾਡੇ ਇੰਡੀਆ ਦੇ ਵਿੱਚ ਸਾਰੇ ਡਿਜੀਟਲ ਮੀਟਰ ਕੰਪਨੀ ਨੇ ਨਹੀਂ ਲਾਇਆ ਹਾਲੇ ਤੱਕ ਕੋਈ ਵੀ। ਕੰਪਨੀ ਨੇ ਇੱਕ ਮੇਰੇ ਕੋਲ ਟੈਸਟ ਭੇਜਿਆ ਸੀ 360 4 ਵੀਲ ਡਰਾਈਵ, ਉਹਨੂੰ ਡਿਜੀਟਲ ਲੱਗੇ ਸੀ ਮੀਟਰ। ਠੀਕ ਹੈ। ਲੇਕਿਨ ਉਸ ਤੋਂ ਬਾਅਦ ਕੰਪਨੀ ਨੇ ਇੱਥੇ ਕੋਈ ਇਹਦੇ ਉੱਤੇ ਨਹੀਂ ਦਿੱਤਾ ਹੈ, ਇਹਦੇ ਉੱਤੇ ਕੀਤਾ। ਅੱਛਾ ਅੱਛਾ। ਹਾਂਜੀ ਬਿਲਕੁਲ ਜੀ, ਇੰਜਨ ਦਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ। ਸ਼ਿਫਟਰ ਕਰਦੇ ਨੇ ਇਹਨੂੰ ਜਾਂ ਤੁਸੀਂ ਦੇਖੋ ਜੀ, ਅਗਰ ਦੇਖੋ ਤੁਸੀਂ ਹੁਣ ਰੂਸੀ ਟੈਸਟ ਨੂੰ ਦੇਖ ਲਓ ਤੁਸੀਂ, ਜਾਂ ਤੁਸੀਂ ਇੰਡੀਆ ਦੇ ਕਿਸੇ ਵੀ ਟੈਸਟ ਨੂੰ ਦੇਖ ਲਓ। ਮੇਰੇ ਖਿਆਲ ਦੇ ਵਿੱਚ ਇੰਡੀਆ ਦੇ ਵੀ ਅਗਰ ਦੋਸਤ ਵੀਡੀਓ ਦੇਖਦੇ ਹੋਣਗੇ, ਸਾਡਾ ਜਿਹੜਾ ਇੰਜਨ ਵਾ ਇੰਡੀਅਨ ਟਰੈਕਟਰ ਦੇ ਨਾਲੋਂ ਬਹੁਤ ਬੈਸਟ ਵਾ ਇਹ ਇੰਜਨ ਇਹ ਜਿਹੜਾ ਵਾ ਇੰਜਨ ਨੂੰ ਕੋਈ ਮਸਲਾ ਨਹੀਂ ਹੈਗਾ। ਅਗਰ ਅਕਸਰ ਦੋਸਤ ਕਹਿ ਦਿੰਦੇ ਆ ਕਿ ਜੀ ਇਹਦਾ ਤੇਲ ਨੂੰ ਵਧਾ ਦਿਓ ਜੀ, ਫਲਾਨਾ ਕਰ ਦਿਓ, ਤੇਲ ਨੂੰ ਵਧਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ। ਠੀਕ ਹੈ ਜੀ। ਦੇਖੋ ਅਗਰ 10 ਲੀਟਰ ਬਦਲਣਾ ਤੁਸੀਂ, ਉਹ ਤੇ ਤੁਹਾਡਾ ਖਰਚਾ ਵਧਣਾ। ਅਗਰ 8 ਲੀਟਰ ਬਦਲਦੇ ਆ ਤੁਸੀਂ, ਕੋਈ ਨਹੀਂ। ਇਹਦੇ ਵਿੱਚ ਇਹ ਹੈ ਕਿ ਤੁਸੀਂ ਥਰਮੋਸਟੇਟ ਵਾਲ ਆਪਦਾ ਟਰੈਕਟਰ ਦੇ ਅੰਦਰ ਰਹਿਣ ਦਿਓ। ਜੈਨੂਇਨ ਤੁਸੀਂ ਫਿਲਟਰ ਲਾਓ। ਕਈ ਦੋਸਤਾਂ ਨੇ ਫਿਲਟਰ ਹੀ ਵੱਡੇ ਵੱਡੇ ਲਾਏ ਆ। ਉਹ ਵੱਡੇ ਲਾਉਣ ਦੇ ਨਾਲ ਜਿਹੜਾ ਹੈਗਾ ਵਾ ਉਹ ਤੁਹਾਡਾ ਉਹਦਾ ਪ੍ਰੈਸ਼ਰ ਤੇ ਘਟ ਜਾਂਦਾ ਉੱਪਰੋਂ। ਠੀਕ ਹੈ ਜੀ। ਫਿਰ ਹਾਂ, ਇੱਕ ਇਹਨਾਂ ਨੂੰ ਕਰਨਾ ਚਾਹੀਦਾ ਲਾਜ਼ਮੀ ਕਿ ਇਹਦੇ ਬਲਾਕ ਦੇ ਅੰਦਰਲੀ ਸਾਈਡ ਤੇ ਸ਼ਾਵਰ ਲਾ ਦੇਣ। ਬਲਾਕ ਦੇ ਅੰਦਰ ਸਾਰੇ ਸ਼ਾਵਰ ਲਾ ਦੇਣ ਕਿਉਂਕਿ ਇਹਦੇ ਹਾਂਜੀ ਆਪਾਂ ਵੀ ਲਾਏ ਸੀ ਉਹ ਨਾ ਜਿਹਨੂੰ ਰਦਬੋ ਲਾਈ ਸੀ, ਇਹਦੇ ਅੰਦਰ ਸ਼ਾਵਰ ਲਾ ਦੇਣ ਕਿਉਂਕਿ ਸ਼ਾਵਰ ਜਿਹੜੇ ਹੈਗੇ ਉਹ ਤੁਹਾਡੇ ਉੱਤੇ ਗਜ਼ਲ ਪਿੰਨਾਂ ਨੂੰ ਜਿਹੜੇ ਆ ਉੱਥੇ ਤੇਲ ਮਾਰਨ। ਠੀਕ ਹੈ ਜੀ। ਬਸ ਇਹੀ ਚੀਜ਼ਾਂ ਵਾ, ਥਰਮੋਸਟੇਟ ਵਾਲ ਨਾ ਕੱਢੋ, ਆਇਲ ਨੂੰ ਟਾਈਮ ਦੇ ਨਾਲ ਤੁਸੀਂ ਚੇਂਜ ਕਰੋ ਤੇ ਇਹ ਟੈਸਟ ਜਿਹੜਾ ਹੈਗਾ ਗਰਮ ਵੀ ਨਹੀਂ ਹੋਏਗਾ। ਡਿਲੈਕਸ ਦੀ ਇਹ ਵਜ੍ਹਾ ਹੈਗੀ ਹੈ ਨਾ ਜੀ, ਦੇਖੋ ਡਿਲੈਕਸ ਅਗਰ ਚੱਲਦਾ ਰਹਿੰਦਾ ਕੋਈ ਵੀ ਚੀਜ਼ ਹੈਗੀ ਹੈ ਨਾ ਜੀ, ਕਿ ਇਹਨਾਂ ਨੂੰ ਜਦੋਂ ਵੀ ਕਿਸੇ ਵੀ ਕੰਪਨੀ ਨੂੰ ਆਉਂਦੀ ਨਾ ਕੋਈ ਵੀ ਥੋੜੀ ਜਿਹੀ, ਮੈਂ ਹੁਣ ਕੀ ਲਫ਼ਜ਼ ਇਸਤੇਮਾਲ ਕਰਾਂ, ਤੇ ਉਹ ਦੇਖੋ ਇਹ ਦਵਾ ਹਰ ਚੀਜ਼ ਨੂੰ ਕਰਨਾ ਚਾਹ ਰਹੇ ਆ ਵੀ ਅਸੀਂ ਇੱਕ ਦਫਾ ਹੀ ਕਰ ਦਈਏ ਸਾਰਾ ਕੁਝ ਜੋ ਵੀ ਕਰਨਾ। ਦੇਖੋ ਅਗਰ ਇਹਨਾਂ ਨੇ ਡਿਲੈਕਸ ਕੱਢਿਆ ਸੀ, ਡਿਲੈਕਸ ਤੋਂ ਫੌਰਨ ਬਾਅਦ ਦੇ ਵਿੱਚ ਇਹਨਾਂ ਨੇ ਆ ਕਰ ਦਿੱਤਾ। ਦੇਖੋ ਜੀ ਇਹਦੇ ਵਿੱਚ ਡਿਲੈਕਸ ਦੇ ਨਾਲ ਇਹਦੀ ਜ਼ਿਆਦਾ ਖੂਬਸੂਰਤੀ ਹੋ ਗਈ ਹੋਰ। ਦੇਖੋ ਜੀ ਤੁਸੀਂ ਇਹਨਾਂ ਨੇ ਇਹ ਚੇਂਜ ਕਰ ਦਿੱਤਾ ਹੈ, ਇਹ ਕੱਪ ਚੇਂਜ ਕਰ ਦਿੱਤਾ ਹੈ, ਇਹ ਕੱਪ ਚੇਂਜ ਕਰ ਦਿੱਤਾ, ਕਲਚ ਪਲੇਟ ਇਹਦੀ ਚੇਂਜ ਕਰ ਦਿੱਤੀ ਹੈਗੀ ਹੈ, ਇਹ ਉੱਪਰ ਲਾਤਾ, ਕਵਰ ਲਾਤਾ, ਕਈ ਚੀਜ਼ਾਂ ਇਹਦੇ ਵਿੱਚ ਉਹਨਾਂ ਨੇ ਕੀਤੀਆਂ। ਮੈਂ ਅਗਲੀ ਸਾਈਡ ਤੇ ਲਾਤੇ। ਫਿਰ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਡਿਲੈਕਸ ਦੇ ਨਾਲੋਂ ਜਿਹੜਾ ਹੈਗਾ ਵੀ ਇਹ ਬਿਹਤਰ ਨਵਾਂ ਆ ਗਿਆ। ਬਿਲਕੁਲ ਬਿਹਤਰ ਹੈ। ਇਹਦੇ ਇੰਜਨ ਤੇ ਤਾਂ ਨਹੀਂ ਨਾ ਲੋਡ ਪਿਆ ਜਿੰਨਾ ਵੀ ਪਾਇਆ, ਲੇਕਿਨ ਡਿਲੈਕਸ ਬੰਦੇ ਸਾਨੂੰ ਖੁਦ ਫੋਨ ਕਰ ਆਂਦੇ ਯਾਰ ਅਸੀਂ ਲਿਆ, ਸਾਡਾ ਇੰਜਨ ਓਵਰਲੋਡ ਚੱਲਦਾ ਹੈ। ਇਹ ਕੀ ਵਜ੍ਹਾ, ਕਿਉਂ ਓਵਰਲੋਡ ਚੱਲਦਾ? ਓਵਰਲੋਡ ਨਹੀਂ ਚੱਲਦਾ ਹੈਗਾ, ਉਹਦੇ ਪਿਛਲੀ ਸਾਈਡ ਤੇ ਵੇਟਾਂ ਦਾ ਜਿਹੜਾ ਵਜ਼ਨ ਵਾ ਉਹ ਜ਼ਿਆਦਾ, ਯਾਨੀ ਕਿ ਉਹਦੀ ਟਰੈਕਟਰ ਦੀ ਬਰਦਾਸ਼ਤ ਤੋਂ ਬਾਹਰ ਵਾ। ਵੇਟ ਜਿਹੜੇ ਨਾ ਉਹਦਾ ਜ਼ਿਆਦਾ ਵਾ। ਵੇਟਾਂ ਨੂੰ ਤੁਸੀਂ ਜਦੋਂ ਕਿਤੇ ਇਸਤੇਮਾਲ ਕਰਨਾ ਵਾ, ਜਦੋਂ ਤੁਸੀਂ ਗਹਿਰਾਈ ਦੇ ਵਿੱਚ ਜਾਣਾ ਵਾ, ਉਦੋਂ ਵੇਟ ਲੱਗੇ ਰਹਿਣ ਦਿਓ। ਅਗਰ ਤੁਸੀਂ ਗਹਿਰਾਈ 'ਚ ਨਹੀਂ ਜਾ ਰਹੇ, ਉਹਦੀ ਇੱਕ ਪਲੇਟ ਜਿਹੜੀ ਉਹ ਉਤਾਰ ਦਿਓ ਤੁਸੀਂ ਉਹਦੀ। ਬਿਲਕੁਲ ਇੰਜੀ ਗੱਲ ਹੈ। ਹਾਂਜੀ। ਬਾਕੀ ਜੋ ਤੁਸੀਂ ਇਹ ਕਿਉਂ ਨਹੀਂ ਕੰਪਨੀ ਨੂੰ ਮਸ਼ਵਰਾ ਦਿੰਦੇ ਕਿ ਇਸ ਇੰਜਨ ਨੂੰ ਕੁਝ ਹੁਣ ਕਰਾਂ ਨਹੀਂ ਨਾ ਆਏ, ਜਿਵੇਂ ਚੱਲਣ ਡਿਆ ਚੱਲਦਾ ਰਹੇ? ਦੇਖੋ ਜੀ ਇਸ ਇੰਜਨ ਤੋਂ ਨਾ ਤੁਹਾਡੀ ਪਾਵਰ ਵੱਧ ਸਕਦੀ ਹੈ, ਨਾ ਇਸ ਇੰਜਨ ਨੂੰ ਤੁਸੀਂ ਛੇੜੋ, ਇਹਨੂੰ ਕੁਝ ਨਾ ਕਰੋ। ਹਾਂ, ਅਗਰ ਤੁਸੀਂ ਕੋਈ ਨਵੀਂ ਚੀਜ਼ ਤਿਆਰ ਕਰਨੀ ਹੈਗੀ ਹੈ, ਉਹਦੇ ਵਿੱਚ ਤੁਸੀਂ ਇੰਜਨ ਚੇਂਜ ਕਰੋ, ਗੇਅਰ ਬਕਸ ਵੀ ਚੇਂਜ ਕਰ ਦਿਓ, ਪਿਛਲਾ ਹਿੱਸਾ ਵੀ ਚੇਂਜ ਕਰ ਦਿਓ। ਉਹ ਇੱਕ ਮੁਕੰਮਲ ਤੁਸੀਂ ਟਰੈਕਟਰ ਨੂੰ ਤਿਆਰ ਕਰੋ। ਅਗਰ ਤੁਸੀਂ ਕਹੋਗੇ ਵੀ ਇਸ ਇੰਜਨ ਨੂੰ ਛੇੜ ਕੇ ਤੁਸੀਂ ਹੋਰ ਕੁਝ ਕਰ ਲਓਗੇ ਨਾ, ਇਸ ਇੰਜਨ ਨੂੰ ਛੇੜੇ ਹੋਏ ਕੁਝ ਨਹੀਂ ਹੋਣਾ। ਬਾਕੀ